Good morning, students. I am Sandeep Singh from Ludhiana Polytechnic College, faculty from Electrical Department. Hope you all are doing well. So, we are going to start a new subject that is PLC. ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਰਾਜੇ ਇੰਟਰੋਡਕਸ਼ਨ ਟੂ PLC। ਠੀਕ ਆ ਜੀ, ਤੁਹਾਡਾ ਫਸਟ ਚੈਪਟਰ ਆ PLC ਦਾ ਇੰਟਰੋਡਕਸ਼ਨ ਟੂ PLC। ਸੋ ਰਾਜੇ ਵਟ ਇਜ਼ PLC? ਠੀਕ ਹੈ ਜੀ, PLC ਕੀ ਹੈ? PLC ਸਟੈਂਡਸ ਫॉर ਪ੍ਰੋਗਰਾਮੇਬਲ ਲੌਜਿਕ ਕੰਟਰੋਲਰ। ਠੀਕ ਹੈ ਜੀ, ਪ੍ਰੋਗਰਾਮੇਬਲ ਲੌਜਿਕ ਕੰਟਰੋਲਰ। ਸਭ ਤੋਂ ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਦੇਖਦੇ ਹਾਂ। ਸਿੰਪਲ ਡੈਫੀਨੇਸ਼ਨ ਕੀ ਕਹਿੰਦੀ ਆ? ਦ PLC ਇਜ਼ ਅ ਡਿਵਾਈਸ ਵਿਚ ਕੰਟਰੋਲ ਦ ਇੰਡਸਟਰੀਅਲ ਆਟੋਮੇਸ਼ਨ। ਠੀਕ ਹੈ ਜੀ, ਇੰਡਸਟਰੀਅਲ ਆਟੋਮੇਸ਼ਨ ਜਦੋਂ ਕੋਈ ਡਿਵਾਈਸ ਕੰਟਰੋਲ ਕਰੇ ਇੰਡਸਟਰੀਅਲ ਆਟੋਮੇਸ਼ਨ ਨੂੰ, ਉਹਨੂੰ ਆਪਾਂ PLC ਕਹਾਂਗੇ। ਆਪਾਂ ਇੱਥੇ ਗੱਲ ਕਰ ਰਹੇ ਹਾਂ ਇੱਕ ਡਿਵਾਈਸ ਦੀ, ਤਾਂ ਕਰਕੇ ਆਪਾਂ ਨੂੰ ਇੰਡਸਟਰੀਅਲ ਆਟੋਮੇਸ਼ਨ ਬਾਰੇ ਵੀ ਪਤਾ ਹੋਣਾ ਜ਼ਰੂਰੀ ਆ ਕਿ ਇੰਡਸਟਰੀਅਲ ਆਟੋਮੇਸ਼ਨ ਜਿਸ ਨੂੰ ਕੰਟਰੋਲ ਕੀਤਾ ਜਾਣਾ ਹੈ ਉਹ ਕੀ ਚੀਜ਼ ਹੈ। ਆਟੋਮੇਸ਼ਨ ਦਾ ਮਤਲਬ ਹੁੰਦਾ ਸੈਲਫ ਤੇ ਮੇਸ਼ਨ ਦਾ ਮਤਲਬ ਹੁੰਦਾ ਮੋਸ਼ਨ। ਆਟੋਮੇਸ਼ਨ ਇਜ਼ ਅ ਪ੍ਰੋਸੈਸ ਵਿਚ ਇਜ਼ ਸੈਲਫ ਇਨ ਮੋਸ਼ਨ, ਮਤਲਬ ਜੋ ਆਪਣੇ ਆਪ ਹੁੰਦਾ ਕੰਮ ਉਹਨੂੰ ਆਪਾਂ ਆਟੋਮੇਸ਼ਨ ਕਹਿੰਦੇ ਆ। ਠੀਕ ਹੈ ਜੀ। ਤੇ ਇੰਡਸਟਰੀਅਲ ਦਾ ਮਤਲਬ ਕੀ ਆ? ਦਾ ਪ੍ਰੋਸੈਸ ਵਿਚ ਇਜ਼ ਟਿਪੀਕਲੀ ਹਾਰਡ ਟੂ ਡਨ ਬਾਈ ਹਿਊਮਨਸ, ਮਤਲਬ ਉਹ ਪ੍ਰੋਸੈਸ ਜਿਹਦੇ ਵਿੱਚ ਹਿਊਮਨ ਜਿਹੜੇ ਐਫਰਟ ਨੇ ਉਹ ਲਾਉਣ ਦੇ ਬਾਵਜੂਦ ਵੀ ਹਿਊਮਨਸ ਨੂੰ ਕਰਨਾ ਬਹੁਤ ਮੁਸ਼ਕਿਲ ਹੋਵੇ। ਜਿਸ ਤਰ੍ਹਾਂ ਇੱਕ ਕਨਵੇਅਰ ਬੈਲਟ ਨੂੰ ਚਲਾਉਣਾ ਇਨਸਾਨ ਚਲਾਉਣ ਲੱਗੂਗਾ ਤਾਂ ਬਹੁਤ ਟਾਈਮ ਲੱਗ ਜੂਗਾ, ਪਰ ਜੇ ਆਪਾਂ PLC ਦੇ ਥਰੂ ਜਾਂ ਕਿਸੇ ਇੱਦਾਂ ਦੇ ਡਿਵਾਈਸ ਦੇ ਥਰੂ ਆਪਾਂ ਉਹਦੀ ਪ੍ਰੋਗਰਾਮਿੰਗ ਕਰਕੇ ਚਲਾਵਾਂਗੇ ਕਿਸੇ ਮਸ਼ੀਨਰੀ ਦੇ ਥਰੂ, ਤਾਂ ਉਹ ਬਹੁਤ ਆਰਾਮ ਨਾਲ ਚੱਲੇਗਾ ਤੇ ਉਹਦੀ ਆਪਣੇ ਕੋਲੇ ਐਕੂਰੇਸੀ ਵੀ ਜ਼ਿਆਦਾ ਹੋਊਗੀ। ਠੀਕ ਹੈ ਜੀ। ਔਰ ਦ ਪ੍ਰੋਸੈਸ ਵਿਚ ਈਦਰ ਇਨਕਲੂਡਸ ਵੈਰੀ ਲੈਸ ਐਫਰਟਸ ਆਫ ਹਿਊਮਨਸ, ਮਤਲਬ ਕੋਈ ਪ੍ਰੋਸੈਸ ਜਿਹਦੇ ਵਿੱਚ ਹਿਊਮਨਸ ਦੇ ਐਫਰਟ ਬਹੁਤ ਘੱਟ ਹੋਣ, ਮਤਲਬ ਸਿਰਫ ਆਪਾਂ ਨੇ ਇੱਕ ਸਿਸਟਮ ਆ ਉਹਨੂੰ ਟਰਨ ਔਨ ਜਾਂ ਆਫ ਕਰਨ ਦੇ ਲਈ ਹੀ ਬੰਦੇ ਨੂੰ ਆਪਾਂ ਰੱਖਿਆ ਹੋਵੇ ਜਾਂ ਹਿਊਮਨ ਨੂੰ ਰੱਖਿਆ ਹੋਵੇ, ਪਰ ਅੱਗੇ ਦਾ ਸਾਰਾ ਕੰਮ ਆ ਜਿਹੜਾ ਉਹ ਆਪਣੇ ਆਪ ਹੁੰਦਾ ਰਹੇ ਜਾਂ ਕੋਈ ਮਸ਼ੀਨਰੀ ਕਰੇ। ਔਰ ਡੂ ਨਾਟ ਹੈਵ ਐਨੀ ਹਿਊਮਨ ਐਫਰਟ ਇਜ਼ ਨੋਨ ਐਜ਼ ਇੰਡਸਟਰੀਅਲ ਪ੍ਰੋਸੈਸ, ਮਤਲਬ ਜਾਂ ਬਿਲਕੁਲ ਹੀ ਨਾ ਉਹਦੇ ਵਿੱਚ ਐਫਰਟ ਲੱਗੇ ਹਿਊਮਨਸ ਦਾ, ਉਹਨੂੰ ਵੀ ਆਪਾਂ ਇੰਡਸਟਰੀਅਲ ਪ੍ਰੋਸੈਸ ਕਹਿ ਦਿੰਦੇ ਹਾਂ। ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ, ਜੋ ਹੈ ਇਨਵੈਂਸ਼ਨ ਤੇ ਡਿਵੈਲਪਮੈਂਟ ਆਫ PLC। ਓਕੇ, ਇਨਵੈਂਸ਼ਨ ਐਂਡ ਡਿਵੈਲਪਮੈਂਟ ਆਫ PLC। ਇਸ ਤੋਂ ਪਹਿਲਾਂ ਆਪਾਂ ਜੇ ਇੱਕ ਵਾਰ PLC ਬਾਰੇ ਹੋਰ ਦੁਬਾਰਾ ਪੜ੍ਹੀਏ ਜੀ। ਪ੍ਰੋਗਰਾਮੇਬਲ ਲੌਜਿਕ ਕੰਟਰੋਲਰ ਕੀ ਚੀਜ਼ ਆ? ਪ੍ਰੋਗਰਾਮੇਬਲ ਤੋਂ ਆਪਾਂ ਕੀ ਸਮਝਦੇ ਹਾਂ? ਪ੍ਰੋਗਰਾਮੇਬਲ ਕੀ ਆ? ਉਹ ਇੱਕ ਡਿਵਾਈਸ ਹੈ ਜਿਹਨੂੰ ਆਪਾਂ ਬਾਰ-ਬਾਰ ਪ੍ਰੋਗਰਾਮ ਕਰ ਸਕਦੇ ਹਾਂ ਐਜ਼ ਆਪਾਂ ਨੂੰ ਜਿਵੇਂ ਰਿਕੁਆਇਰ ਆ, ਜਿਸ ਤਰ੍ਹਾਂ ਦਾ ਫੰਕਸ਼ਨ ਆਪਾਂ ਕਰਨਾ ਚਾਹੁੰਦੇ ਹਾਂ ਉਸ ਦੇ ਅਕੋਰਡਿੰਗ ਆਪਾਂ ਉਹਨੂੰ ਰੀਪ੍ਰੋਗਰਾਮ ਕਰ ਸਕਦੇ ਹਾਂ। ਉਸ ਚੀਜ਼ ਨੂੰ ਆਪਾਂ ਪ੍ਰੋਗਰਾਮੇਬਲ ਕਹਿੰਦੇ ਹਾਂ। ਲੌਜਿਕ ਦਾ ਇੱਥੇ ਮਤਲਬ ਆ ਕੋਈ ਵੀ ਸਿਸਟਮ ਜਾਂ ਕੋਈ ਵੀ ਮੈਥਡ, ਠੀਕ ਆ ਜੀ, ਜਾਂ ਕੋਈ ਵੀ ਪ੍ਰੋਸੈਸ। ਠੀਕ ਆ ਜੀ। ਤੇ ਜਿਹੜਾ ਆਪਣਾ ਕੰਟਰੋਲਰ ਆ ਉਹ ਇੱਕ ਖੁਦ ਡਿਵਾਈਸ ਆ, ਮਤਲਬ ਇੱਕ ਡਿਵਾਈਸ ਜਿਹਨੂੰ ਆਪਾਂ ਲੌਜਿਕ ਦੇ ਥਰੂ ਪ੍ਰੋਗਰਾਮ ਕਰਨਾ ਵਾ ਉਹਨੂੰ ਆਪਾਂ PLC ਕਹਿੰਦੇ ਆ। ਹਾਂਜੀ, ਹੁਣ ਆਪਾਂ ਕਰਾਂਗੇ ਇਨਵੈਂਸ਼ਨ ਡਿਵੈਲਪਮੈਂਟ ਆਫ PLC। ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀ ਦੇਖਾਂਗੇ ਕਿ ਇਹ ਇਨਵੈਂਟ ਕਿਵੇਂ ਹੋਈ, ਮਾਰਕੀਟ ਵਿੱਚ ਕਿੱਦਾਂ ਆਈ। ਠੀਕ ਹੈ ਜੀ। ਤੇ ਓਕੇ, ਸਭ ਤੋਂ ਪਹਿਲਾਂ ਆਪਾਂ PLC ਦੀ ਗੱਲ ਕਰ ਲੈਂਦੇ ਆ। ਉਹ PLC ਦਾ ਜਿਹੜਾ ਫਾਦਰ ਹੈ, ਆਪਾਂ ਉਸ ਦਾ ਨਾਮ ਇੱਥੇ ਹੈ ਡਿਕ ਮਾਰਲੇ। ਇਹਨੇ ਇਨਵੈਂਟ ਕੀਤੀ ਹੈ 1968 ਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਾਅਦ 1968 ਅੱਛਾ ਕਿ ਬੜੀ ਇੰਟਰਸਟਿੰਗ ਸਟੋਰੀ ਹੈ। ਇਹ ਹੈ ਜਿਹੜੀ ਇਹ ਕੰਪਨੀ ਸੀਗੀ ਜਨਰਲ ਮੋਟਰਸ ਨਾ, ਇਹ ਨਾ ਚਾਹੁੰਦੀ ਸੀਗੀ ਵੀ ਕੋਈ ਇਨਸਾਨ ਨੂੰ ਮਤਲਬ ਪ੍ਰੋਜੈਕਟ ਦਈਏ ਅਸੀਂ ਕੋਈ ਬੰਦੇ ਨੂੰ ਜੋ ਸਾਡੇ ਲਈ ਕੰਮ ਕਰੇ, ਸਾਡੇ ਇਲੈਕਟ੍ਰੋਨਿਕਸ ਜਿਹੜੀਆਂ ਰਿਲੇਸ ਨੇ ਉਹਨਾਂ ਦੇ ਸਿਸਟਮ ਨੂੰ ਮਤਲਬ ਰਿਪਲੇਸ ਕਰ ਦੇਵੇ ਕਿਸੇ ਇਦਾਂ ਦੇ ਡਿਵਾਈਸ ਨਾਲ ਜੋ ਬਹੁਤ ਹੀ ਕੰਪੈਕਟ ਹੋਵੇ, ਮਤਲਬ ਸਾਈਜ਼ ਵਿੱਚ ਬਹੁਤ ਛੋਟਾ ਹੋਵੇ। ਰਿਲੇ ਸਿਸਟਮ ਜੋ ਤੁਸੀਂ ਦੇਖੋਗੇ, ਆਈ ਹੋਪ ਮਤਲਬ ਤੁਸੀਂ ਸਾਰਿਆਂ ਨੇ ਅਵੇਅਰ ਹੋਵੋਗੇ ਰਿਲੇ ਕੀ ਹੁੰਦੀ ਹੈ। ਰਿਲੇ ਦੇ ਆਪਣੇ ਅਲੱਗ-ਅਲੱਗ ਟਰਮੀਨਲਸ ਹੁੰਦੇ ਨੇ ਜਿਨ੍ਹਾਂ ਦੇ ਥਰੂ ਮਤਲਬ ਉਹ ਬਹੁਤ ਜ਼ਿਆਦਾ ਜਗ੍ਹਾ ਘੇਰਦੀ ਆ ਜਦੋਂ ਇੱਕ ਆਪਾਂ ਉਹਦੇ ਥਰੂ ਸਰਕਟ ਬਣਾਉਂਦੇ ਹਾਂ। ਠੀਕ ਹੈ ਜੀ। ਉਸ ਚੀਜ਼ ਨੂੰ ਉਸ ਜਗ੍ਹਾ ਨੂੰ ਮਤਲਬ ਘੱਟ ਘੇਰਨ ਲਈ ਇੱਕ ਕੰਪੈਕਟ ਸਾਈਜ਼ ਦੀ ਕੋਈ ਡਿਵਾਈਸ ਬਣਾਈ ਜਾਵੇ, ਉਸ ਲਈ ਇਹਨਾਂ ਨੇ ਅੱਗੇ ਕੰਟਰੈਕਟ ਦਿੱਤਾ ਡਿਕ ਮਾਰਲੇ ਨੂੰ। ਇਹਨਾਂ ਨੇ ਬਣਾਈ, ਡਿਕ ਮਾਰਲੇ ਨੇ PLC ਬਣਾਈ 1968 ਵਿੱਚ। ਉਸ ਤੋਂ ਬਾਅਦ 1968 ਦੇ ਵਿੱਚ ਇਹਨਾਂ ਨੇ ਜਨਰਲ ਮੋਟਰਸ ਨੂੰ ਇਹ ਵੇਚ ਦਿੱਤੀ ਮੋਡੀਕੌਨ ਨਾਮ ਦਾ। ਮੋਡੀਕੌਨ ਦਾ ਇੱਥੇ ਕੀ ਮਤਲਬ ਸੀਗਾ? MOD ਦਾ ਮਤਲਬ ਸੀ ਮੋਡਿਊਲਰ, DI ਦਾ ਮਤਲਬ ਸੀ ਡਿਜੀਟਲ, ਕੌਨ ਦਾ ਮਤਲਬ ਕੰਟਰੋਲਰ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੋਡੀਕੌਨ ਨੂੰ ਅੱਗੇ ਵੇਚ ਦਿੱਤਾ ਗਿਆ ਗੋਲਡ ਇਲੈਕਟ੍ਰੋਨਿਕਸ ਇਨ 1977। ਠੀਕ ਹੈ ਜੀ। ਉਸ ਤੋਂ ਬਾਅਦ 1977 ਤੋਂ ਬਾਅਦ
ਫ੍ਰੈਂਚ ਦੀ ਇੱਕ ਫਰਾਂਸ ਦੀ ਇੱਕ ਕੰਪਨੀ, ਫ੍ਰੈਂਚ ਕੰਪਨੀ ਦੈਟ ਇਜ਼ ਸ਼ਨਾਈਡਰ ਨੂੰ ਇਹ ਵੇਚ ਦਿੱਤੀ ਗਈ ਮੋਡੀਕੋਨ। ਠੀਕ ਹੈ ਜੀ। ਹਾਂਜੀ, ਹੁਣ ਆਪਾਂ ਨੈਕਸਟ ਟੌਪਿਕ ਦੀ ਗੱਲ ਕਰਦੇ ਹਾਂ। ਇਹ ਹੈ ਵਰਕਿੰਗ ਆਫ ਪੀਐਲਸੀ ਦੀ ਵਰਕਿੰਗ ਕਿੱਦਾਂ ਹੁੰਦੀ ਹੈ। ਹੁਣ ਆਪਾਂ ਇਹਦੇ ਵਿੱਚ ਮੰਨ ਲਓ ਇਹ ਇੱਕ ਬਲੌਕ ਆਪਣੇ ਕੋਲੇ, ਇਹ ਹੈਗਾ ਪੀਐਲਸੀ, ਪੂਰੇ ਦਾ ਪੂਰਾ ਬਲੌਕ ਆ ਜਿਹੜਾ ਉਹ ਪੀਐਲਸੀ ਆ। ਇਹਦੇ ਵਿੱਚ ਇੱਕ ਸੀਪੀਯੂ ਆ, ਸੀਪੀਯੂ ਦੀ ਆਪਣੀ ਰੈਮ ਤੇ ਰੋਮ। ਠੀਕ ਹੈ ਜੀ। ਆਪਾਂ ਪੀਐਲਸੀ ਦੇ ਅੰਦਰ ਇਨਪੁਟਸ ਦਿੱਤੀਆਂ, ਉਹ ਇਨਪੁਟਸ ਕੁਝ ਵੀ ਹੋ ਸਕਦਾ, ਐਨਾਲੌਗ ਹੋ ਸਕਦੀ ਆ, ਡਿਜੀਟਲ ਹੋ ਸਕਦੀ ਹੈ, ਸੈਂਸਰਸ ਦੇ ਥਰੂ ਹੋ ਸਕਦੀ ਹੈ। ਠੀਕ ਹੈ ਜੀ। ਤੇ ਮੰਨ ਲਓ ਆਪਾਂ ਨੇ ਕੋਈ ਵੀ ਪੁਸ਼ ਬਟਨ ਨੂੰ ਦੱਬਿਆ, ਠੀਕ ਹੈ, ਪੁਸ਼ ਬਟਨ ਦੇ ਥਰੂ ਇਹਦੇ ਕੋਲ ਇੱਕ ਇਨਪੁਟ ਗਈ ਪੀਐਲਸੀ ਦੇ ਉੱਤੇ। ਪੀਐਲਸੀ ਦੇ ਵਿੱਚ ਹੈਗਾ ਸੀਪੀਯੂ, ਸੀਪੀਯੂ ਉੱਤੇ ਉੱਪਰ ਆਪਣੀ ਇਨਪੁਟ ਗਈ। ਸੀਪੀਯੂ ਨੂੰ ਆਪਾਂ ਨੇ ਪਹਿਲਾਂ ਹੀ ਪ੍ਰੋਗਰਾਮ ਕਰ ਰੱਖਿਆ ਐਜ਼ ਮਤਲਬ ਜਿਵੇਂ ਆਪਾਂ ਨੂੰ ਚਾਹੀਦੀ ਹੈ, ਐਜ਼ ਅਕੋਰਡਿੰਗ ਟੂ ਆਵਰ ਰਿਕੁਆਇਰਮੈਂਟਸ ਆਪਾਂ ਉਹਨੂੰ ਪ੍ਰੋਗਰਾਮ ਕੀਤਾ ਹੋਇਆ ਆਲਰੇਡੀ। ਸੀਪੀਯੂ ਦੀ ਆਪਣੀ ਰੈਮ ਆ, ਰੋਮ ਆ, ਮਤਲਬ ਉਹਦੇ ਕੋਲ ਇੱਕ ਸਟੋਰੇਜ ਮੈਮਰੀ ਆ ਤੇ ਇੱਕ ਉਹ ਮੈਮਰੀ ਆ ਜਿਹੜੀ ਪ੍ਰੋਗਰਾਮ ਨੂੰ ਐਕਸੈਸ ਕਰਦੀ ਆ ਨਾ। ਤੇ ਜਦੋਂ ਸੀਪੀਯੂ ਕੋਲ ਇਨਪੁਟਸ ਗਈਆਂ ਤਾਂ ਉਸ ਤੋਂ ਬਾਅਦ ਉਹਨੇ ਐਗਜ਼ੀਕਿਊਟ ਕੀਤਾ, ਉਹਨਾਂ ਨੂੰ ਐਗਜ਼ੀਕਿਊਟ ਕਰਕੇ ਆਪਾਂ ਨੂੰ ਇੱਕ ਆਊਟਪੁੱਟ ਦਿੱਤੀ ਉਸ ਆਊਟਪੁੱਟ ਸੈਕਸ਼ਨ ਦੇ ਉੱਤੇ। ਠੀਕ ਹੈ ਜੀ। ਇਹ ਕੋਈ ਵੀ ਜਿਹੜੀ ਆਊਟਪੁੱਟ ਆਪਣੀ ਆਊਟਪੁੱਟ ਆ ਉਹ ਕੋਈ ਵੀ ਡਿਵਾਈਸ ਨੂੰ, ਜਿਵੇਂ ਆਹ ਮੰਨ ਲਓ ਇੰਡੀਕੇਟਰ ਆ, ਇਸ ਇੰਡੀਕੇਟਰ ਨੂੰ ਔਨ ਕੀਤਾ, ਆਪਾਂ ਨੇ ਕੋਈ ਇਨਪੁਟ ਦਿੱਤੀ, ਕੋਈ ਇੱਥੋਂ ਸੈਂਸਰ ਦੇ ਥਰੂ ਇਨਪੁਟ ਗਈ ਆਪਣੀ ਸੀਪੀਯੂ ਤੇ, ਸੀਪੀਯੂ ਨੇ ਅੱਗੇ ਉਹਨੂੰ ਐਗਜ਼ੀਕਿਊਟ ਕਰਵਾ ਕੇ ਇੰਡੀਕੇਟਰ ਨੂੰ ਔਨ ਕਰਵਾਤਾ। ਇਹੀ ਕੰਮ ਆ ਪੀਐਲਸੀ ਦਾ ਸਿੰਪਲ। ਮਤਲਬ ਇਨਪੁਟ ਸੈਕਸ਼ਨ ਆ ਨਾ ਜਿਹੜਾ, ਹੁਣ ਇਹਦੇ ਵਿੱਚ ਅੱਗੇ ਪਾਰਟਸ ਆ ਗਏ। ਇਨਪੁਟ ਸੈਕਸ਼ਨ ਕੀ ਆ, ਇਹਦੇ ਵਿੱਚ ਇਹ ਡਿਟੈਕਟ ਕਰਦਾ ਦ ਸਟੇਟ ਆਫ ਆਲ ਇਨਪੁਟਸ ਡਿਵਾਈਸਿਸ ਦੈਟ ਆਰ ਕਨੈਕਟਡ ਟੂ ਪੀਐਲਸੀ। ਮਤਲਬ ਪੀਐਲਸੀ ਦੇ ਨਾਲ ਮੰਨ ਲਓ ਸੈਂਸਰਸ ਕਨੈਕਟਡ ਨੇ ਨਾ, ਪੀਜ਼ੀਓ ਇਲੈਕਟ੍ਰਿਕ ਸੈਂਸਰ ਕਨੈਕਟਡ ਆ ਮੰਨ ਲਓ। ਪੀਜ਼ੀਓ ਇਲੈਕਟ੍ਰਿਕ ਸੈਂਸਰ ਦਾ ਕੰਮ ਕੀ ਹੁੰਦਾ ਵਾ, ਵੋਲਟੇਜ ਨੂੰ ਉਹ ਮਤਲਬ ਡਿਫਰੈਂਸ਼ੀਏਟ ਕਰਦਾ ਵੀ ਉਹਦੇ ਵਿੱਚ ਕਿੰਨਾ ਜ਼ਿਆਦਾ ਉਹਦੇ ਵਿੱਚ ਫਰਕ ਆਇਆ। ਜੋ ਪਹਿਲਾਂ ਵਾਲੀ ਇੱਕ ਇਨਪੁਟ ਸੀਗੀ ਉਸ ਤੋਂ ਬਾਅਦ ਨੈਕਸਟ ਇਨਪੁਟ ਸੀ, ਉਹਨਾਂ ਦੋਨਾਂ ਦੇ ਵਿਚਾਲੇ ਦਾ ਡਿਫਰੈਂਸ ਆ ਜਿਹੜਾ ਉਹਨੂੰ ਉਹ ਸੈਂਸ ਕਰਦਾ। ਮੰਨ ਲਓ ਕਿਤੇ ਲੱਗਿਆ ਹੋਇਆ ਆਪਣਾ ਆਪਣੇ ਮਤਲਬ ਜਿੱਥੇ ਕੰਮ ਚੱਲ ਰਿਹਾ ਵਾ ਉੱਥੇ ਲੱਗਿਆ ਹੋਇਆ ਵਾ ਸੈਂਸਰ ਜੋ ਹੈ ਪੀਜ਼ੀਓ ਇਲੈਕਟ੍ਰਿਕ ਸੈਂਸਰ ਦੇ ਵਿੱਚ ਕੋਈ ਨਾ ਕੋਈ ਡਿਫਲੈਕਸ਼ਨ ਆਈ ਜਾਂ ਕੋਈ ਨਾ ਕੋਈ ਉਹਨੇ ਇੱਕ ਆਪਣੀ ਜਿਹੜੀ ਉਹਦੀ ਮਤਲਬ ਉਹਦੇ ਵਿੱਚ ਜਿਹੜੀ ਵੀ ਉਹ ਆਈ ਆਪਣੀ ਜਿਹੜੀ ਉਹ ਵੋਲਟੇਜ ਆ ਉਹਦੀ ਵੋਲਟੇਜ ਚੇਂਜ ਹੋਣ ਤੋਂ ਬਾਅਦ ਇੱਥੇ ਇਨਪੁਟ ਨੇ ਅੱਗੇ ਇਹਨੂੰ ਭੇਜਿਆ, ਇੱਕ ਸੈਂਸਰ ਨੇ ਇਨਪੁਟ ਭੇਜੀ, ਇਨਪੁਟ ਨੇ ਐਗਜ਼ੀਕਿਊਟ ਹੋਣਾ ਸੀਪੀਯੂ ਦੇ ਦੁਆਰਾ। ਸੀਪੀਯੂ ਨੇ ਅੱਗੇ ਜਾ ਕੇ ਆਊਟਪੁੱਟ ਦੇ ਉੱਤੇ ਆਪਣੀ ਕੋਈ ਵੀ ਇੰਡੀਕੇਟਰ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਲਿਮਿਟਸ ਵਿੱਚ, ਜਾਂ ਕੋਈ ਸਟਾਰਟਰ ਜਿਵੇਂ ਸਟਾਰ ਡੈਲਟਾ ਸਟਾਰਟਰ ਵਗੈਰਾ ਉਹਨਾਂ ਨੂੰ ਵੀ ਸਟਾਰਟ ਕਰਵਾ ਸਕਦੇ ਆਪਾਂ। ਠੀਕ ਹੈ ਜੀ। ਜਿਹੜੀ ਇਹਦੇ ਅੰਦਰ ਸੀਪੀਯੂ ਆ, ਸੀਪੀਯੂ ਦਾ ਕੀ ਕੰਮ ਹੁੰਦਾ, ਐਗਜ਼ੀਕਿਊਟ ਕਰਦਾ ਯੂਜ਼ਰ ਕ੍ਰੀਏਟਡ ਲੌਜਿਕ, ਪ੍ਰੋਗਰਾਮ ਲੌਜਿਕ ਨੂੰ। ਠੀਕ ਹੈ ਜੀ। ਮਤਲਬ ਜੋ ਵੀ ਜਿਹੜਾ ਪ੍ਰੋਗਰਾਮਰ ਆ ਜੋ ਵੀ ਲੌਜਿਕ ਬਣਾ ਕੇ ਸੀਪੀਯੂ ਦੇ ਵਿੱਚ ਆਪਣੇ ਪਾਊਗਾ ਜਾਂ ਡਾਊਨਲੋਡ ਕਰੂਗਾ, ਉਹ ਐਗਜ਼ੀਕਿਊਟ ਕਰਦਾ ਕੌਣ ਆ, ਸੀਪੀਯੂ। ਹੁੰਦਾ ਕਿਸ ਦੇ ਥਰੂ ਆ, ਇਹ ਸੌਫਟਵੇਅਰ ਦੇ ਥਰੂ। ਹਰੇਕ ਪੀਐਲਸੀ ਦਾ ਆਪਣਾ ਇੱਕ ਸੌਫਟਵੇਅਰ ਹੁੰਦਾ। ਠੀਕ ਹੈ ਜੀ। ਆਊਟਪੁੱਟ ਸੈਕਸ਼ਨ ਦੇ ਵਿੱਚ ਕੀ ਹੋ ਜਾਂਦਾ ਵਾ, ਠੀਕ ਆ। ਆਊਟਪੁੱਟ ਸੈਕਸ਼ਨ ਜਦੋਂ ਇੱਥੋਂ ਆਪਣੇ ਸੀਪੀਯੂ ਨੇ ਐਗਜ਼ੀਕਿਊਟ ਕਰਤਾ ਪ੍ਰੋਗਰਾਮ ਦੇ ਅਕੋਰਡਿੰਗ, ਆਪਣਾ ਜੋ ਵੀ ਆਪਾਂ ਨੇ ਇਨਪੁਟ ਦਿੱਤੀ ਸੀਗੀ, ਆਊਟਪੁੱਟ ਦੇ ਉੱਤੇ ਜਦੋਂ ਜਾਊਗੀ ਉਹ ਜਿਹੜਾ ਵੀ ਉੱਤੇ ਹਾਰਡਵੇਅਰ ਲੱਗਿਆ ਹੋਊਗਾ ਉਹਨੂੰ ਐਨਰਜਾਈਜ਼ ਕਰੂਗੀ ਜਾਂ ਡੀ ਐਨਰਜਾਈਜ਼ ਕਰੂਗੀ ਅਕੋਰਡਿੰਗ ਟੂ ਆਪਣੀ ਇਨਪੁਟ, ਹੈ ਨਾ। ਮਤਲਬ ਜੋ ਵੀ ਪ੍ਰੋਗਰਾਮ ਐਗਜ਼ੀਕਿਊਟ ਹੋਇਆ, ਮੰਨ ਲਓ ਇੱਥੋਂ ਆਪਾਂ ਨੇ ਇੱਕ ਇਨਪੁਟ ਦਿੱਤੀ 1, ਹੈ ਨਾ, ਉਹਨੂੰ ਐਗਜ਼ੀਕਿਊਟ ਕੀਤਾ ਪਰ ਇਹਨੇ ਇੱਥੇ 0 ਬਣਾਤੀ, ਹੈ ਨਾ। ਸੀਪੀਯੂ ਦੇ ਅੰਦਰ ਕੋਈ ਇਦਾਂ ਦੇ ਪ੍ਰੋਗਰਾਮ ਸੀ ਜਿਹਨੇ ਆਪਣੀ ਇਨਪੁਟ ਆ ਜਿਹੜੀ ਉਹ 0 ਕਰਤੀ, ਹੈ ਨਾ। ਤੇ ਉਹ ਜਿਹੜੀ 0 ਆ ਇੱਥੇ ਆ ਕੇ ਆਪਣਾ ਇੰਡੀਕੇਟਰ ਔਨ ਹੋਏਗਾ, ਨਹੀਂ ਹੋਏਗਾ। ਠੀਕ ਹੈ ਜੀ। ਕਿਉਂਕਿ ਮਤਲਬ ਆਪਣੀ ਜਿਹੜੀ ਆਊਟਪੁੱਟ ਆ ਉਹ ਔਨ ਨਹੀਂ ਹੋਏ। ਠੀਕ ਹੈ ਜੀ। ਆਊਟਪੁੱਟ ਸੈਕਸ਼ਨ ਮਤਲਬ ਡੀ ਐਨਰਜਾਈਜ਼ ਹੋਊਗੀ, ਐਨਰਜਾਈਜ਼ ਨਹੀਂ ਹੋਊਗੀ। ਜੇ ਇਹਦੇ ਵਿੱਚ ਆਪਣਾ ਪ੍ਰੋਗਰਾਮ ਇਹ ਹੁੰਦਾ ਵੀ ਆਪਾਂ ਨੇ 1 ਦਿੱਤਾ ਇੱਥੋਂ ਤਾਂ ਇੱਥੇ ਵੀ 1 ਆਪਣਾ ਐਗਜ਼ੀਕਿਊਟ ਹੁੰਦਾ ਤਾਂ ਇਹਨੇ ਆਊਟਪੁੱਟ ਨੇ ਔਨ ਹੋ ਜਾਣਾ, ਮਤਲਬ ਐਨਰਜਾਈਜ਼ ਹੋ ਜਾਣਾ ਸੀਗਾ। ਠੀਕ ਹੈ ਜੀ। ਜਿਹੜਾ ਸੀਪੀਯੂ ਹੁੰਦਾ ਨਾ, ਸੀਪੀਯੂ ਮੇਡ ਅਪ ਆਫ ਹੁੰਦਾ ਵਾ ਮਾਈਕਰੋ ਪ੍ਰੋਸੈਸਰ ਜਾਂ ਮਾਈਕਰੋ ਕੰਟਰੋਲਰ। ਠੀਕ ਹੈ ਜੀ। ਜੋ ਮੈਂ ਤੁਹਾਨੂੰ ਅਗਲੇ ਲੈਕਚਰ ਦੇ ਵਿੱਚ ਹੋਪਫੁਲੀ ਸਮਝਾਊਂਗਾ। ਠੀਕ ਹੈ ਜੀ। ਅੱਗੇ ਆਪਾਂ ਆ ਜਾਂਦੇ ਹਾਂ ਨੈਕਸਟ ਟੌਪਿਕ ਤੇ ਜੋ ਹੈ ਐਡਵਾਂਟੇਜਸ ਆਫ ਪੀਐਲਸੀ। ਠੀਕ ਹੈ ਜੀ। ਓਵਰ ਇਲੈਕਟ੍ਰੋਮੈਗਨੈਟਿਕ ਰਿਲੇਜ਼, ਐਡਵਾਂਟੇਜਸ ਆਫ ਪੀਐਲਸੀ ਓਵਰ ਇਲੈਕਟ੍ਰੋਮੈਗਨੈਟਿਕ ਰਿਲੇ। ਓਕੇ, ਫਲੈਕਸੀਬਿਲਿਟੀ ਹੈ ਨਾ, ਨੰਬਰ 1 ਆਪਣੀ ਜਿਹੜੀ ਐਡਵਾਂਟੇਜ ਆ ਉਹ ਹੈਗੀ ਆ ਫਲੈਕਸੀਬਿਲਿਟੀ। ਚਲੋ ਮੈਂ ਪਹਿਲਾਂ ਪੜ੍ਹ ਕੇ ਸੁਣਾਉਣਾ ਤੁਹਾਨੂੰ, ਫਿਰ ਮੀਨਿੰਗ ਦੱਸਦਾ ਇਹਦੇ ਵਿੱਚ ਕੀ ਆ। ਇਨ ਦਾ ਪਾਸਟ ਈਚ ਡਿਫਰੈਂਟ ਇਲੈਕਟ੍ਰੋਨਿਕਲੀ controlled production machine required its own controller, but now it is possible to use just one model of PLC to run many machines। ਠੀਕ ਆ ਜੀ। ਇਹਦੇ ਕਹਿਣ ਦਾ ਮਤਲਬ ਇਹ ਆ, ਪਹਿਲਾਂ ਪਾਸਟ ਈਅਰ ਵਿੱਚ ਕੀ ਹੁੰਦਾ ਸੀ ਕਿ ਹਰ ਇੱਕ ਇਲੈਕਟ੍ਰੋਨਿਕਲੀ ਆਪਣੀ ਕੰਟਰੋਲਡ ਮਸ਼ੀਨ ਜਿਹੜੀ ਹੁੰਦੀ ਸੀ ਉਹਨੂੰ ਚਲਾਉਣ ਵਾਸਤੇ ਇੱਕ ਸਪੈਸ਼ਲ ਕੰਟਰੋਲਰ ਬਣਾਉਣਾ ਪੈਂਦਾ ਸੀ ਜਿਸ ਦੀ ਕਾਸਟ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੁੰਦੀ ਸੀ। ਪਰ ਹੁਣ
ਆਪਾਂ ਬਹੁਤ ਸਾਰੀਆਂ ਮਸ਼ੀਨਸ ਨੂੰ ਸਿਰਫ ਇੱਕੋ ਮਾਡਲ ਆਫ PLC ਨਾਲ ਚਲਾ ਸਕਦੇ ਹਾਂ। ਠੀਕ ਆ ਜੀ। ਨੈਕਸਟ ਹੈਗਾ ਇੰਪਲੀਮੈਂਟਿੰਗ ਚੇਂਜਸ ਐਂਡ ਕਰੈਕਟਿੰਗ ਐਰਰਸ ਵਿਦ ਦਾ ਵਾਇਰਡ ਰਿਲੇ ਟਾਈਪ ਪੈਨਲ ਐਨੀ ਪ੍ਰੋਗਰਾਮ ਅਲਟਰਨੇਸ਼ਨਸ required time for rewiring of panel and devices with PLC. With PLC, the PLC program can be changed from a keyboard within a few minutes. ठीक है जी। In PLC controlled system no rewiring is required। मतलब ਕਹਿਣ ਦਾ ਇਹ ਆ ਵੀ ਜਦੋਂ ਆਪਾਂ PLC ਨੂੰ ਇੰਪਲੀਮੈਂਟ ਕਰ ਦਿੰਨੇ ਆ ਤਾਂ ਉੱਥੇ ਆਪਣੀਆਂ ਜਿਹੜੀਆਂ ਹੋਰ ਚੇਂਜਸ ਨੇ, ਮਤਲਬ ਕੋਈ ਵੀ ਮੰਨ ਲਓ ਤੁਸੀਂ ਕੋਈ ਵੀ ਹੋਰ ਚੇਂਜ ਕਰਨੀ ਆ ਨਵੀਂ ਸਿਸਟਮ ਦੇ ਵਿੱਚ, ਤਾਂ ਉਹ ਬਹੁਤ ਈਜ਼ੀਲੀ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਵਾਇਰ ਖੋਲ ਕੇ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਪੈਂਦੀ ਸੀ। ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਆਪਣਾ ਜਿਹੜਾ ਪੈਨਲ ਹੁੰਦਾ ਸੀਗਾ ਉਹ ਰਿਲੇ ਟਾਈਪ ਹੁੰਦਾ ਸੀਗਾ, ਉਦੋਂ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਕੋਈ ਚੇਂਜ ਕਰਨਾ ਸੀ, ਅਲਟਰਨੇਸ਼ਨਸ ਹੁੰਦੀਆਂ ਸੀਗੀਆਂ, ਤਾਂ ਉਹਦੇ ਲਈ ਟਾਈਮ ਵੀ ਬਹੁਤ ਲੱਗ ਜਾਂਦਾ ਸੀ ਅਤੇ ਉਹਨੂੰ ਰੀਵਾਇਰ ਕਰਨਾ ਪੈਂਦਾ ਸੀ ਪੈਨਲ ਨੂੰ। ਠੀਕ ਹੈ ਜੀ। ਦੇ ਨਾਲ ਦੀ ਨਾਲ ਡਿਵਾਈਸਿਸ ਵੀ ਰੀਵਾਇਰ ਹੁੰਦੀਆਂ ਸੀ। ਪਰ PLC ਜਦੋਂ ਦੀ ਆਈ ਆ, PLC ਨੇ ਕੀ ਕੀਤਾ, ਕੀਬੋਰਡ ਤੋਂ ਸਿਰਫ ਪ੍ਰੋਗਰਾਮ ਚੇਂਜ ਕਰਨਾ, ਵਾਇਰਿੰਗ ਇੱਕੋ ਵਾਰ ਹੋਣੀ ਆ ਉਹਦੀ, ਸਿਰਫ ਇੱਕੋ ਵਾਰ ਵਾਇਰਿੰਗ ਹੋਣੀ ਆ ਅਤੇ ਆਪਾਂ ਫਿਊ ਮਿੰਟਸ ਦੇ ਵਿੱਚ ਆਪਾਂ ਕੀਬੋਰਡ ਤੋਂ ਬੈਠੇ ਬੈਠੇ ਉਹਦਾ ਪ੍ਰੋਗਰਾਮ ਚੇਂਜ ਕਰਕੇ ਉਹਦਾ ਸਾਰਾ ਸਿਸਟਮ ਹੀ ਚੇਂਜ ਕਰ ਸਕਦੇ ਹਾਂ। ਠੀਕ ਹੈ ਜੀ। ਹਾਂਜੀ ਸਟੂਡੈਂਟਸ, ਮੈਂ ਤੁਹਾਡੇ ਲਈ ਨਾ ਇੱਕ ਐਗਜ਼ਾਮਪਲ ਲੈ ਕੇ ਆਇਆ। ਇਹ ਐਗਜ਼ਾਮਪਲ ਇਸ ਤਰ੍ਹਾਂ ਵਾ, ਇਹ ਆਪਣੇ ਕੋਲ ਔਰਗੇਟ ਹੈ, ਔਰਗੇਟ ਦੀ ਆਪਣੀ ਵਾਇਰਿੰਗ ਡਾਇਗਰਾਮ ਆ, ਅਤੇ ਉਸ ਤੋਂ ਬਾਅਦ ਔਰਗੇਟ ਦੀ ਪ੍ਰੋਗਰਾਮਿੰਗ ਆ ਇਨ PLC। ਠੀਕ ਹੈ ਜੀ। ਇਸ ਦੇ ਨਾਲ ਹੀ ਆਪਣਾ ਨੌਰਗੇਟ ਹੈ, ਨੌਰਗੇਟ ਦੀ ਆਪਣੀ PLC ਪ੍ਰੋਗਰਾਮਿੰਗ ਅਤੇ ਆਪਣਾ ਉਹਦਾ ਮੈਥੇਮੈਟੀਕਲ ਰਿਲੇਸ਼ਨ ਆ ਨਾ। ਅਤੇ ਜਿਹੜਾ ਆਪਣਾ ਔਰਗੇਟ ਹੈ, ਔਰਗੇਟ ਦੇ ਵਿੱਚ ਜਦੋਂ ਆਪਾਂ ਇਹ ਦੋ ਆਪਾਂ ਨੇ NO ਸਵਿਚਸ ਲਈਆਂ ਨੇ, NO ਸਵਿਚਸ। ਠੀਕ ਹੈ ਜੀ। ਨੋਰਮਲੀ ਓਪਨ ਸਵਿਚਸ ਕਹਿੰਦੇ ਆ ਇਹਨਾਂ ਨੂੰ। ਠੀਕ ਹੈ ਜੀ। ਆਹ ਨੋਰਮਲੀ ਕਲੋਜ਼ ਸਵਿਚਸ ਹੁੰਦੀਆਂ ਨੇ। ਆਪਾਂ ਨੇ ਇੱਥੇ ਇਨਪੁਟ ਦਿੱਤੀ, ਇਨਪੁਟ ਆਪਾਂ ਇੱਥੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਨੇ ਇੱਥੋਂ ਸਟਾਰਟ ਕੀਤਾ, ਪਰ ਆਪਣੀ ਜਿਹੜੀ ਆਊਟਪੁੱਟ ਆ ਔਨ ਨਹੀਂ ਹੋਣੀ। ਠੀਕ ਹੈ ਜੀ। ਇਹਦੇ ਵਿੱਚ ਆਪਣੀ ਆਊਟਪੁੱਟ ਔਨ ਨਹੀਂ ਹੋਣੀ ਹੈਗੀ ਕਿਉਂਕਿ ਆਪਣੀ ਆ ਦੂਜੀ ਓਪਨ ਹੈ। ਠੀਕ ਹੈ ਜੀ। ਅਤੇ ਜੇ ਆਪਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਔਨ ਕੀਤਾ, ਦੂਜੀ ਨੂੰ ਆਪਾਂ ਨੇ ਬੰਦ ਰਹਿਣ ਦਿੱਤਾ, ਤਾਂ ਆਪਣੀ ਆਊਟਪੁੱਟ ਔਨ ਨਹੀਂ ਹੋਣੀ। ਪਰ ਜਦੋਂ ਆਪਾਂ ਦੋਨਾਂ ਨੂੰ ਔਨ ਕੀਤਾ ਤਾਂ ਆਪਣੀ ਔਨ ਹੋ ਜਾਣੀ ਆ। ਮਤਲਬ ਇਹਦਾ ਇਹ ਰਿਲੇਸ਼ਨ ਆ। ਠੀਕ ਹੈ ਜੀ। ਜਿਹੜਾ ਔਰਗੇਟ ਆ, ਜੇ ਇਸੇ ਔਰਗੇਟ ਨੂੰ ਆਪਾਂ ਨੇ ਵਾਇਰਿੰਗ ਦੇ ਵਿੱਚ ਚੇਂਜ ਕਰਨਾ ਹੋਵੇ ਤਾਂ ਆਪਾਂ ਨੂੰ ਬਹੁਤ ਕੁਝ ਚੇਂਜ ਕਰਨਾ ਪੈਣਾ। ਸਵਿਚਸ ਚੇਂਜ ਹੋਣਗੀਆਂ, ਆਪਣਾ ਸਾਰਾ ਸਿਸਟਮ ਚੇਂਜ ਹੋਊਗਾ ਆਪਣਾ। ਠੀਕ ਹੈ ਜੀ। ਅਤੇ ਇਸ ਤੋਂ ਬੈਟਰ ਇਹ ਆ ਜੇ ਆਪਾਂ ਵਾਇਰਿੰਗ ਇੱਕੋ ਵਾਰ ਕਰੀਏ, PLC ਦੀ ਪ੍ਰੋਗਰਾਮਿੰਗ ਜਸਟ ਆਪਾਂ ਪ੍ਰੋਗਰਾਮਿੰਗ ਚੇਂਜ ਕਰੀਏ। ਆਪਾਂ ਨੇ ਔਰਗੇਟ ਨੂੰ ਨੌਰਗੇਟ ਬਣਾਉਣਾ, ਤਾਂ ਆਪਾਂ ਪ੍ਰੋਗਰਾਮਿੰਗ 'ਚ ਜਾ ਕੇ ਇਹਨਾਂ ਨੂੰ ਨੋਰਮਲੀ ਕਲੋਜ਼ ਸਵਿਚਸ ਆਪਾਂ ਇੱਥੇ ਇੰਸਰਟ ਕਰਾਂਗੇ ਅਤੇ ਉਸ ਪ੍ਰੋਗਰਾਮ ਨੂੰ ਡਾਊਨਲੋਡ ਕਰਕੇ ਐਗਜ਼ੀਕਿਊਟ ਕਰਾਂਗੇ। ਦੈਨ ਆਪਣੀ ਪ੍ਰੋਗਰਾਮਿੰਗ ਦੇ ਥਰੂ ਪੂਰੇ ਦੀ ਪੂਰੀ ਆਊਟਪੁੱਟ ਹੀ ਚੇਂਜ ਹੋ ਜਾਏਗੀ। ਨੈਕਸਟ ਹੈ ਜੀ ਲਾਰਜ ਕੁਆਂਟੀਟੀਜ਼ ਆਫ ਕੰਟੈਕਟਸ। ਜਿਹੜੀ PLC ਆ ਉਸਦੀ ਆਪਣੀ ਜਿਹੜੀ ਕੋਇਲ ਹੁੰਦੀ ਆ, ਕੰਟੈਕਟ ਦੀ। ਈਚ ਕੋਇਲ ਦੇ ਵਿੱਚ ਆਪਣੇ ਕੋਲ ਨੰਬਰ, ਆਪਣੇ ਪ੍ਰੋਗਰਾਮਿੰਗ ਕਰਨ ਦੇ ਲਈ ਆਪਣੇ ਕੋਲ ਬਹੁਤ ਸਾਰੀਆਂ ਕੋਇਲਸ ਅਵੇਲੇਬਲ ਹੁੰਦੀਆਂ। ਮਤਲਬ ਨੰਬਰ ਆਫ ਕੰਟੈਕਟਸ ਆਪਣੇ ਕੋਲ ਜ਼ਿਆਦਾ ਹੁੰਦੇ ਨੇ ਇੱਕ ਕੋਇਲ ਦੇ ਵਿੱਚ ਐਜ਼ ਕੰਪੇਅਰ ਟੂ ਰਿਲੇ ਨਾਲ। ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਰਿਲੇ ਦੇ ਵਿੱਚ ਟਰਮੀਨਲ ਲਿਮਿਟਡ ਹੁੰਦੇ ਨੇ, ਪਰ PLC ਦੇ ਵਿੱਚ ਨੰਬਰ ਆਫ ਪੁਆਇੰਟਸ, ਨੰਬਰ ਆਫ ਕੋਇਲਸ ਦੇ ਆਪਣੇ ਜਿਹੜੇ ਨੰਬਰ ਆਫ ਕੰਟੈਕਟਸ ਨੇ ਉਹ ਬਹੁਤ ਜ਼ਿਆਦਾ ਆਪਾਂ ਨੂੰ ਮਿਲ ਜਾਂਦੇ ਨੇ ਲਾਰਜ ਕੁਆਂਟਿਟੀ ਦੇ ਵਿੱਚ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵਿਜ਼ੂਅਲ ਆਬਜ਼ਰਵੇਸ਼ਨਸ। PLC ਆ ਜਿਹੜੀ, ਜਦੋਂ ਵੀ ਉਹ ਆਪਰੇਟ ਕਰਦੀ ਆ, ਡਿਊਰਿੰਗ ਉਹਦੀ ਆਪਰੇਸ਼ਨ, ਮਤਲਬ ਉਹ ਚੱਲ ਰਹੀ ਆ, ਉਹਦੀ ਆਪਰੇਸ਼ਨ ਦੇ ਦੌਰਾਨ ਵੀ ਆਪਾਂ ਉਹਨੂੰ ਹਿਊਮਨ ਮਸ਼ੀਨ ਇੰਟਰਫੇਸ ਨਾਂ ਦੀ LCD ਦੇ ਉੱਤੇ, LED ਦੇ ਉੱਤੇ ਆਪਾਂ ਉਹਨੂੰ ਦੇਖ ਸਕਦੇ ਹਾਂ ਕਿਸ ਤਰ੍ਹਾਂ ਵਰਕ ਕਰ ਰਹੀ ਆ। ਮਤਲਬ ਆਪਾਂ ਜਦੋਂ ਆਪਾਂ ਕੰਪਿਊਟਰ ਦੇ ਵਿੱਚ ਉਹਨੂੰ ਆਪਾਂ ਪ੍ਰੋਗਰਾਮਿੰਗ ਕਰ ਰਹੇ ਹੁੰਦੇ ਹਾਂ, ਪ੍ਰੋਗਰਾਮਿੰਗ ਦੇ ਦੌਰਾਨ ਵੀ ਆਪਾਂ ਸਿਮੂਲੇਟ ਕਰਕੇ ਦੇਖਦੇ ਹਾਂ। ਸਿਮੂਲੇਸ਼ਨ ਮੈਂ ਤੁਹਾਨੂੰ ਸਿਖਾਊਂਗਾ ਜੋ ਤੁਹਾਡੀ ਪ੍ਰੈਕਟੀਕਲ ਲੈਬ ਹੋਊਗੀ। ਉਹ ਸਿਮੂਲੇਸ਼ਨ ਦੇ ਦੌਰਾਨ ਤੁਸੀਂ ਦੇਖੋਗੇ ਜਦੋਂ PLC ਰਨ ਕਰਦੀ ਆ ਤਾਂ ਉਹ ਕਿੱਦਾਂ ਬਿਹੇਵ ਕਰਦੀ ਆ। ਠੀਕ ਹੈ ਜੀ। ਨੈਕਸਟ ਹੈਗਾ ਲੋ ਮੇਨਟੇਨੈਂਸ ਐਂਡ ਐਕੂਰੇਸੀ। ਇਹ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਕਹਿ ਰਹੇ ਨੇ PLC ਕੈਨ ਵਰਕ ਇਨ ਹਾਰਸ਼ ਵੈਦਰ। ਮਤਲਬ ਬਹੁਤ ਜ਼ਿਆਦਾ ਹਾਰਸ਼ ਵੈਦਰ, ਮਤਲਬ ਲੋ ਟੈਂਪਰੇਚਰਸ ਅਤੇ ਹਾਈ ਟੈਂਪਰੇਚਰਸ ਦੋਨਾਂ ਉੱਤੇ ਕੰਮ ਕਰ ਸਕਦੀ ਹੈ PLC। ਇਟ ਇਜ਼ ਅ ਮਸ਼ੀਨ ਔਰ ਕੰਪਿਊਟਰ। ਠੀਕ ਹੈ ਜੀ। ਸੋ ਇਟ ਵਿਲ ਨਾਟ ਬੀ ਟਾਇਰਡ। ਇਹ ਕਦੇ ਵੀ ਟਾਇਰਡ ਨਹੀਂ ਹੁੰਦੀ, ਕਦੇ ਵੀ ਥੱਕਦੀ ਨਹੀਂ, ਕਿਉਂਕਿ ਇਹ ਮਸ਼ੀਨ ਜਾਂ ਇੱਕ ਕੰਪਿਊਟਰ ਹੈ ਨਾ। ਦੇਅਰ ਇਜ਼ ਅ ਲੈਸ ਹਿਊਮਨ ਕੰਟੈਕਟ ਔਰ ਐਫਰਟਸ ਇਨ ਦਾ ਪ੍ਰੋਸੈਸ, ਸੋ ਦ ਚਾਂਸ ਆਫ ਐਰਰ ਆਰ ਵੈਰੀ ਲੋ। ਮਤਲਬ ਜਿਹੜੇ ਆਪਣੇ ਹਿਊਮਨ ਦੇ ਐਫਰਟਸ ਨੇ ਜਾਂ ਕੰਟੈਕਟਸ ਨੇ ਇਨ ਦਾ ਪ੍ਰੋਸੈਸ ਦੇ ਦੌਰਾਨ ਬਹੁਤ ਘੱਟ ਇਨਸਾਨ ਦੇ ਐਫਰਟਸ ਹੁੰਦੇ ਨੇ, ਤਾਂ ਕਾਰਨ ਆਪਣਾ ਜਿਹੜਾ ਐਰਰ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਆ। ਇਹਦਾ ਮਤਲਬ ਹੈ ਜਿਹੜੀ PLC ਆ ਉਹ ਐਕੂਰੇਟ ਆ ਐਜ਼ ਕੰਪੇਅਰ ਟੂ ਹਿਊਮਨਸ। ਠੀਕ ਹੈ ਜੀ। ਸੋ ਦਿਸ ਇਜ਼ ਦਾ ਐਂਡ ਆਫ ਦਾ ਵੀਡੀਓ। ਹੋਪ ਤੁਹਾਨੂੰ ਇਹ ਵੀਡੀਓ ਲੈਕਚਰ ਬਹੁਤ ਪਸੰਦ ਆਇਆ ਹੋਵੇਗਾ। Thanks to all of you. Stay home, stay safe. This is Sandeep Singh signing off.